ਚੈਨਲ ਪੰਜਾਬੀ ਵੇਖ ਰਹੇ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਲਬਰਟਾ ਵੀਕਲੀ ਦੇ ਇਸ ਐਪੀਸੋਡ ਦੇ ਵਿੱਚ ਜੀ ਅਸੀਂ ਗੱਲਬਾਤ ਕਰਨ ਜਾ ਰਹੇ ਹਾਂ ਸਾਡੇ ਸ਼ਹਿਰ ਦੇ ਮਸ਼ਹੂਰ ਅਮਰਜੀਤ ਸਿੰਘ ਸੋਹੀ, ਜਿਹੜੇ ਬੜੇ ਵੱਖਰੀਆਂ ਪੋਜੀਸ਼ਨਸ ਦੇ ਉੱਤੇ ਉਹਨਾਂ ਨੇ ਕੰਮਕਾਰ ਕੀਤੇ ਨੇ। ਐਡਮਿੰਟਨ ਵਿੱਚ ਪਹਿਲਾਂ 2007 ਤੋਂ ਲੈ ਕੇ 2015 ਤੱਕ ਉਹ ਕਾਉਂਸਲਰ ਰਹੇ ਨੇ ਸਿਟੀ ਦੇ, ਔਰ ਫਿਰ 2015 ਦੇ ਵਿੱਚ ਉਹਨਾਂ ਫੈਡਰਲ ਇਲੈਕਸ਼ਨ ਵਿਨ ਕੀਤੀ ਸੀ ਐਡਮਿੰਟਨ ਮਿਲਵੁੱਡ ਕੰਸਟੀਚੁਐਂਸੀ ਤੋਂ, ਅਤੇ ਉਹ ਫੈਡਰਲ ਗੌਰਮੈਂਟ ਵਿੱਚ ਉਹਨਾਂ ਨੇ ਜਿਹੜਾ ਐਜ਼ ਏ ਮੰਤਰੀ ਦੇ ਤੌਰ 'ਤੇ ਉੱਥੇ ਸੇਵਾਵਾਂ ਨਿਭਾਈਆਂ, ਪਹਿਲਾਂ ਇਨਫਰਾਸਟਰਕਚਰ ਔਰ ਬਾਅਦ ਦੇ ਵਿੱਚ ਨੈਚੁਰਲ ਰਿਸੋਰਸਿਸ ਦੇ। ਔਰ ਹੁਣ ਅੱਜ ਕੱਲ੍ਹ ਉਹ ਐਡਮਿੰਟਨ ਸ਼ਹਿਰ ਵਿੱਚ ਰਹਿ ਰਹੇ ਨੇ। ਔਰ ਐਡਮਿੰਟਨ ਦੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਮਿਊਨਿਸਪਲ ਇਲੈਕਸ਼ਨਸ ਹੋਣ ਜਾ ਰਹੀਆਂ ਅਕਤੂਬਰ ਦੇ ਵਿੱਚ, ਅਤੇ ਅਮਰਜੀਤ ਸਿੰਘ ਸੋਹੀ ਹੋਰਾਂ ਨੇ ਵੀ ਆਪਣਾ ਨਾਂ ਜਿਹੜਾ ਮੇਅਰਲ ਕੈਂਡੀਡੇਟ ਵਜੋਂ ਕੀ ਕਹਿੰਦੇ ਭਰ ਦਿੱਤਾ। ਦੱਸਿਆ ਵੀ ਉਹ ਮੇਅਰ ਬਣਨ ਦੇ ਇੱਛਕ ਨੇ। ਸ਼ਹਿਰ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਜਿਵੇਂ ਉਹਨਾਂ ਨਾਲ ਗੱਲਬਾਤ ਕੀਤੀ, ਉਹਦੇ ਤੋਂ ਬਾਅਦ ਉਹਨਾਂ ਨੇ ਐਲਾਨ ਕਰ ਦਿੱਤਾ ਕਿ ਉਹ ਇਸ ਇਲੈਕਸ਼ਨ ਵਿੱਚ ਹੁਣ ਸ਼ਾਮਲ ਨੇ। ਸੋ ਮੈਂ ਜੀ ਆਇਆਂ ਕਹਿੰਦਾ ਹਾਂ ਅਮਰਜੀਤ ਸੋਹੀ ਹੋਰਾਂ ਨੂੰ। ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਤੁਹਾਡਾ ਬਹੁਤ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਕਿ ਮੈਂ ਤੁਹਾਡੇ ਜ਼ਰੀਏ ਤੁਹਾਡੇ ਸਾਰੇ ਹੀ ਵਿਊਜ਼ ਦੇ ਨਾਲ ਗੱਲਬਾਤ ਕਰ ਸਕਾਂ ਤੇ ਆਪਣੇ ਵਿਚਾਰ ਸਾਂਝੇ ਕਰ ਸਕਾਂ। ਸੋਹੀ ਸਾਹਿਬ, ਤੁਸੀਂ ਮੈਨੂੰ ਇਹ ਦੱਸੋ ਪਹਿਲਾਂ ਵੀ ਇਹ ਕਿਵੇਂ ਜਿਹੜਾ ਮਨ ਤੁਸੀਂ ਬਣਾਇਆ ਹੈਗਾ ਮੇਅਰ ਦੀ ਰੇਸ ਲਈ ਪਈ ਇੱਥੇ ਐਡਮਿੰਟਨ ਸ਼ਹਿਰ ਵਿੱਚ ਪਈ, ਕਿਉਂਕਿ ਤੁਸੀਂ ਦੇਖੋ ਪਹਿਲਾਂ ਕੌਂਸਲਰ ਰਹੇ ਆ, ਫਿਰ ਫੈਡਰਲ ਲੈਵਲ 'ਤੇ ਗਏ। ਮੈਨੂੰ ਲੱਗਦਾ ਵੀ ਬਹੁਤ ਸਾਰੇ ਲੋਕ ਵੈਸੇ ਚਾਹੁੰਦੇ ਵੀ ਸੀ, ਪਰ ਤੁਸੀਂ ਕਿਵੇਂ ਮਨ ਬਣਾਇਆ ਜੀ ਇਹਦੇ ਬਾਰੇ? ਦੇਖੋ ਵੀਰ ਕਿ 2007 ਦੇ ਵਿੱਚ ਮੈਂ ਪਹਿਲੀ ਵਾਰ ਕੌਂਸਲ ਦੇ ਵਿੱਚ ਇਲੈਕਟ ਹੋਇਆ ਸੀ, ਅਤੇ 8 ਸਾਲ ਮੈਨੂੰ ਉਸ ਪੋਜੀਸ਼ਨ ਦੇ ਵਿੱਚ ਲੋਕਾਂ ਦੀ ਸੇਵਾ ਕਰਨ ਦਾ ਅਤੇ ਸਾਡੇ ਐਡਮਿੰਟਨ ਸ਼ਹਿਰ ਦੇ ਜਿਹੜੇ ਮਸਲੇ ਨੇ ਉਹਨਾਂ ਨੂੰ ਉਠਾਉਣ ਦਾ ਮੌਕਾ ਮਿਲਿਆ ਜੀ। ਅਤੇ ਉਸ ਤੋਂ ਬਾਅਦ ਜਦੋਂ 2015 ਦੇ ਵਿੱਚ ਆਪਾਂ ਨੂੰ ਇੱਕ ਮੌਕਾ ਮਿਲਿਆ ਕਿ ਆਪਾਂ ਸ਼ਹਿਰ ਦੇ ਮਸਲਿਆਂ ਨੂੰ ਆਟ ਵੱਲ ਜਾ ਸਕੀਏ, ਅਤੇ ਜਿਹੜੇ ਅੜੇ ਹੋਏ ਮਸਲੇ ਸੀਗੇ ਜਾਂ ਪ੍ਰੋਜੈਕਟ ਸੀਗੇ ਉਹਨਾਂ ਨੂੰ ਨੇਪਰੇ ਚਾੜ ਸਕੀ। ਅਤੇ 4 ਸਾਲ ਮੈਨੂੰ ਉੱਥੇ ਵੀ ਕੰਮ ਕਰਨ ਦਾ ਮੌਕਾ ਮਿਲਿਆ, ਜਿਹਦੇ ਨਾਲ ਸਾਡੇ ਸ਼ਹਿਰ ਦੇ ਕਾਫੀ ਪ੍ਰੋਜੈਕਟ ਜਿਵੇਂ LRT ਦੀ ਫੰਡਿੰਗ ਹੋਈ, ਯੈਲੋ ਹੈਡ ਨੂੰ ਐਕਸਪੈਂਡ ਕਰਨ ਦੀ ਫੰਡਿੰਗ ਹੋਈ, 50 ਸਟਰੀਟ ਅਤੇ 82 ਐਵਨਿਊ ਉੱਪਰ ਜਿਹੜਾ ਓਵਰਪਾਸ ਬਣਾਉਣਾ ਸੀਗਾ ਰੇਲ ਕ੍ਰਾਸਿੰਗ ਦੀ ਦਿੱਕਤ ਨੂੰ ਹੱਲ ਕਰਨ ਵਾਸਤੇ, ਜਾਂ ਇੱਥੇ ਮਿਲਵੁੱਡ ਦੇ ਵਿੱਚ ਜਿਹੜੇ ਫਲੱਡ ਆਉਂਦੇ ਸੀ, ਫਲੱਡਾਂ ਕਰਕੇ ਜਿਹੜੀਆਂ ਬੇਸਮੈਂਟਸ ਫਲੱਡ ਹੋ ਜਾਂਦੀਆਂ ਸੀ ਅਤੇ ਡੈਮੇਜ ਹੁੰਦਾ ਸੀ ਘਰਾਂ ਨੂੰ। ਇੱਦਾਂ ਦੇ ਹੋਰ ਵੀ ਕਾਫੀ ਮਸਲੇ ਸੀਗੇ, ਜਾਂ ਫੋਰਟ ਐਡਮਿੰਟਨ ਪਾਰਕ ਦੀ ਐਕਸਪੈਂਸ਼ਨ ਦਾ ਮਸਲਾ, ਜਿਹੜੇ ਅੜੇ ਹੋਏ ਤੇ 4 ਸਾਲਾਂ ਦੇ ਵਿੱਚ ਉੱਥੇ ਕੰਮ ਕਰਕੇ ਆਪਾਂ ਨੇਪਰੇ ਚੜ੍ਹਾਏ ਨੇ, ਅਤੇ ਮੈਨੂੰ ਇਸ ਗੱਲ ਦਾ ਬੜਾ ਮਾਣ ਹੈ। ਅਤੇ ਹੁਣ ਅਸੀਂ ਕੋਵਿਡ ਦੀ ਦਿੱਕਤ ਦੇ ਵਿੱਚੋਂ ਲੰਘ ਰਹੇ ਹਾਂ। 14 ਮਹੀਨਿਆਂ ਤੋਂ ਸਾਡੀ ਇਕੋਨਮੀ ਦੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ, ਅਤੇ ਹੁਣ ਇਹਦੇ ਵਿੱਚੋਂ ਅਸੀਂ ਨਿਕਲਣਾ ਕਿਵੇਂ ਹੈ, ਕਿਵੇਂ ਰਿਕਵਰੀ ਹੋਣੀ ਚਾਹੀਦੀ ਹੈ, ਅਤੇ ਕਿਸ ਤਰ੍ਹਾਂ ਦੀ ਫਿਊਚਰ ਹੋਣੀ ਚਾਹੀਦੀ ਸਾਡੇ ਸ਼ਹਿਰ ਦੀ, ਇਕਨੋਮਿਕ ਫਿਊਚਰ, ਸੋਸ਼ਲ ਫਿਊਚਰ, ਜਾਂ ਜਿਹੜੇ ਐਕੁਇਟੀ ਰਿਲੇਟਡ ਇਸ਼ੂਜ਼ ਨੇ ਉਹਨਾਂ ਮਸਲਿਆਂ ਨੂੰ ਉਠਾਉਣ ਵਾਸਤੇ ਕਾਫੀ ਲੋਕਾਂ ਦੀ ਇਹ ਮੰਗ ਸੀਗੀ ਕਿ ਆਪਾਂ ਇਹ ਆਪਣਾ ਨਾਂ ਅੱਗੇ ਲੈ ਕੇ ਆਈਏ, ਅਤੇ ਜਿਹੜੀ ਲੀਡਰਸ਼ਿਪ ਹੈ ਸਿਟੀ ਨੂੰ ਅੱਗੇ ਤੋਰਨ ਵਾਸਤੇ ਪ੍ਰੋਵਾਈਡ ਕਰੀਏ। ਸੋ ਇਹਨਾਂ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਫੈਸਲਾ ਕੀਤਾ। ਅੱਛਾ, ਮੈਂ ਤੁਹਾਡੀ ਸਾਈਟ 'ਤੇ ਦੇਖ ਰਿਹਾ ਸੀਗਾ, ਵੈਬਸਾਈਟ ਦੇ ਉੱਤੇ ਤੁਸੀਂ ਇੱਕ ਗੱਲ ਆਖੀ ਆ ਕਿ ਤੁਸੀਂ ਕੰਬਾਈਨ ਕਰਨਾ ਚਾਹੁੰਦੇ ਆ ਜਿਹੜੀਆਂ ਸਾਡੀਆਂ ਇਕਨੋਮਿਕ ਵੈਲਿਊਜ਼ ਦੇ ਨਾਲ ਸੋਸ਼ਲ ਵੈਲਿਊਜ਼ ਨੇ। ਇਹਦੇ 'ਤੇ ਥੋੜ੍ਹਾ ਐਕਸਪਲੇਨ ਕਰੋਗੇ ਕਿ ਇਹ ਕਿਹੜੀਆਂ ਵੈਲਿਊਜ਼ ਹੈ ਜੀ? ਦੇਖੋ, ਹਰ ਸ਼ਹਿਰ ਵਾਸਤੇ ਤੇ ਹਰ ਦੇਸ਼ ਵਾਸਤੇ ਇਹ ਜ਼ਰੂਰੀ ਹੁੰਦਾ ਕਿ ਉੱਥੇ ਲੋਕਾਂ ਨੂੰ ਮੌਕੇ ਮਿਲਣ ਆਪਣੇ ਆਪ ਨੂੰ ਪ੍ਰਫੁੱਲਿਤ ਕਰਨ ਦੇ, ਵਧੀਆ ਜੋਬ ਉਹਨਾਂ ਕੋਲ ਹੋਵੇ, ਜੋਬ ਇੱਦਾਂ ਦੀ ਹੋਵੇ ਜਿਹਦੇ ਨਾਲ ਉਹ ਆਪਣਾ ਘਰ ਚਲਾ ਸਕਣ, ਘਰ ਖਰੀਦ ਸਕਣ, ਆਪਣੇ ਬੱਚਿਆਂ ਦੀ ਪੜ੍ਹਾਈ ਵਾਸਤੇ ਪੈਸੇ ਸੇਵ ਕਰ ਸਕਣ, ਉਹਨਾਂ ਨੂੰ ਸਕੂਲ ਪਹੁੰਚਾ ਸਕਣ, ਯੂਨੀਵਰਸਿਟੀ ਕਾਲਜ ਜਿੱਥੇ ਵੀ ਉਹ ਜਾਣਾ ਚਾਹੁੰਦੇ ਨੇ, ਆਪਣੀ ਰਿਟਾਇਰਮੈਂਟ ਵਾਸਤੇ ਸੇਵ ਕਰ ਸਕਣ। ਜਿਹੜੀ ਇਕੋਨਮੀ ਹੈ ਉਹ ਹੈਲਥੀ ਹੋਣੀ ਬਹੁਤ ਹੀ ਜ਼ਰੂਰੀ ਹੈ, ਪਰ ਨਾਲ ਇਹ ਵੀ ਹੈ ਕਿ ਇਕੋਨਮੀ ਤਾਂ ਹੀ ਹੈਲਥੀ ਹੋ ਸਕਦੀ ਹੈ ਅਗਰ ਲੋਕੀ ਹੈਲਥੀ ਨੇ, ਜਾਂ ਜਿਹੜੀ ਸਾਡੀ ਕਮਿਊਨਿਟੀ ਆ ਉਹ ਹੈਲਥੀ ਹੈ। ਅਗਰ ਸਾਡੀ ਕਮਿਊਨਿਟੀ ਦੇ ਵਿੱਚ ਐਜੂਕੇਸ਼ਨ ਦੀਆਂ ਅਪਰਚੂਨਿਟੀਜ਼ ਨਹੀਂ ਹੈਗੀਆਂ, ਅਗਰ ਸਾਡੇ ਸ਼ਹਿਰ ਦੇ ਵਿੱਚ ਜਿਹੜਾ ਸੋਸ਼ਲ ਇਨਫਰਾਸਟਰਕਚਰ ਹੈ ਉਹ ਭਾਵੇਂ ਚਾਈਲਡ ਕੇਅਰ ਫੈਸਿਲਿਟੀਜ਼ ਹੈਗੀਆਂ, ਜਾਂ ਅਫੋਰਡੇਬਲ ਹਾਊਸਿੰਗ ਦਾ ਮਸਲਾ ਲੈ ਲਈਏ, ਜਾਂ ਹੋਮਲੈਸਨੈਸ ਦਾ ਜਿਹੜਾ ਮਸਲਾ ਹੈਗਾ,
ਜਾਂ ਮੈਂਟਲ ਹੈਲਥ ਦੇ ਜਿਹੜੇ ਇਸ਼ੂਜ਼ ਨੇ, ਜਿਹੜੇ ਐਡਿਕਸ਼ਨ ਦੇ ਇਸ਼ੂਜ਼ ਨੇ, ਇਹ ਸਾਰੇ ਲੋਕਾਂ ਨੂੰ ਅੱਗੇ ਵਧਣ ਤੋਂ ਰੋਕਦੇ ਨੇ, ਉਹਨਾਂ ਦੀ ਜਿਹੜੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਉਣ ਤੋਂ ਅੱਗੇ ਰੋਕਦੇ ਨੇ। ਇਸ ਕਰਕੇ ਮੈਂ ਇਹ ਸਮਝਦਾ ਕਿ ਇਕਨੋਮਿਕ ਤਰੱਕੀ ਤਾਂ ਹੀ ਪੂਰੀ ਵਧੀਆ ਢੰਗ ਨਾਲ ਪੋਸੀਬਲ ਹੋ ਸਕਦੀ ਹੈ ਅਗਰ ਲੋਕੀ ਉਹਦੇ ਵਿੱਚ ਪਾਰਟੀਸਪੇਟ ਕਰ ਸਕਣ ਅਤੇ ਲੋਕਾਂ ਦੀ ਕਪੈਸਿਟੀ ਹੋਵੇ ਇਕੋਨਮੀ ਦੇ ਵਿੱਚ ਪਾਰਟੀਸਪੇਟ ਕਰਨ ਦੀ, ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਅਤੇ ਨਾਲ ਨਾਲ ਆਪਣੇ ਸ਼ਹਿਰ ਨੂੰ ਵਧੀਆ ਬਣਾਉਣ ਦੀ। ਇਸ ਕਰਕੇ ਜਿਹੜੀਆਂ ਸੋਸ਼ਲ ਵੈਲਿਊਜ਼ ਅਤੇ ਇਕਨੋਮਿਕ ਵੈਲਿਊਜ਼ ਸਾਂਝੀਆਂ ਹੋਣੀਆਂ ਚਾਹੀਦੀਆਂ ਨੇ ਤਾਂ ਕਿ ਅਸੀਂ ਇੱਦਾਂ ਦੀ ਸੁਸਾਇਟੀ ਕ੍ਰੀਏਟ ਕਰ ਸਕੀਏ ਜਿਹਦੇ ਵਿੱਚ ਸਾਰਿਆਂ ਨੂੰ ਹੀ ਫਾਇਦਾ ਹੁੰਦਾ ਹੋਵੇ, ਸਿਰਫ ਕੁਝ ਨੂੰ ਨਹੀਂ, ਸਾਰੇ ਐਡਮਿੰਟਨ ਦੇ ਲੋਕਾਂ ਨੂੰ ਅਸੀਂ ਉੱਚਾ ਚੁੱਕੀਏ। ਅੱਛਾ, ਤੁਸੀਂ ਟੱਚ ਕੀਤੀ ਗੱਲ ਅਫੋਰਡੇਬਲ ਹਾਊਸਿੰਗ ਦੇ ਉੱਤੇ। ਇਹ ਜਿਹੜੀ ਅਫੋਰਡੇਬਲ ਹਾਊਸਿੰਗ, ਮੈਨੂੰ ਪਤਾ ਜੀ ਇਹ ਮਸਲਾ ਬਹੁਤ ਦੇਰ ਤੋਂ ਆਪਣੇ ਸ਼ਹਿਰ ਦੇ ਵਿੱਚ ਚੱਲ ਰਿਹਾ। ਜਦੋਂ ਇੱਥੇ ਦੇਖੋ ਸਰਦੀਆਂ ਦੇ ਦਿਨਾਂ ਵਿੱਚ ਲੋਕੀ ਬਹੁਤ ਔਖੇ ਹੁੰਦੇ ਨੇ, ਬਿਲਕੁਲ ਹੋਮਲੈਸ ਲੋਕਾਂ ਲਈ ਫਿਰ LRT ਵਗੈਰਾ ਦੇ ਜਿਹੜੇ ਸਟੇਸ਼ਨ ਆ ਉਹ ਖੋਲ੍ਹਣੇ ਪੈਂਦੇ, ਜਾਂ ਹੋਰ ਕਈ ਸ਼ੈਲਟਰ ਨੇ ਉਹ ਖੋਲ੍ਹਣੇ ਪੈਂਦੇ ਆ। ਇਹ ਮਸਲਾ ਜਿਹੜਾ ਹੈ ਜੀ ਅਫੋਰਡੇਬਲ ਹਾਊਸਿੰਗ ਦਾ, ਇਸ ਮਸਲੇ ਨੂੰ ਕਿਵੇਂ ਤੁਸੀਂ ਹੱਲ ਕਰਨ ਦੀ ਸੋਚ ਰਹੇ ਆ? ਸੋ ਜਦੋਂ ਆਪਾਂ ਅਫੋਰਡੇਬਲ ਹਾਊਸਿੰਗ ਦੀ ਗੱਲ ਕਰਦੇ ਹਾਂ ਤਾਂ ਉਹਦੇ ਵਿੱਚ ਕਈ ਲੇਅਰਸ ਆ ਜਾਂਦੀਆਂ ਨੇ। ਇੱਕ ਤਾਂ ਇਹ ਹੈ ਕਿ ਤੁਸੀਂ ਕੰਮ ਕਰਕੇ ਆਪਣਾ ਘਰ ਪ੍ਰਾਈਵੇਟ ਖਰੀਦਣਾ ਚਾਹੁੰਦੇ ਹੋ, ਮੋਰਗੇਜ ਲੈਣਾ ਚਾਹੁੰਦੇ ਹੋ, ਅਤੇ ਤੁਹਾਡੇ ਕੋਲ ਅਵੇਲੇਬਿਲਟੀ ਹੋਣੀ ਚਾਹੀਦੀ ਹੈ ਕਿ ਜਿਹੜੀ ਮਾਰਕੀਟ ਹਾਊਸਿੰਗ ਹੈਗੀ ਆ ਉਹ ਅਫੋਰਡੇਬਲ ਹੋਵੇ, ਹਾਊਸਿੰਗ ਦੀ ਸਪਲਾਈ ਅਵੇਲੇਬਲ ਹੋਵੇ ਤਾਂ ਕਿ ਜਿਹੜੇ ਘਰ ਨੇ ਬਹੁਤੇ ਮਹਿੰਗੇ ਨਾ ਹੋ ਸਕਣ, ਮਿਡਲ ਕਲਾਸ ਫੈਮਿਲੀ ਆਪਣਾ ਘਰ ਖਰੀਦ ਸਕੇ ਆਪਣੀ ਮਰਜ਼ੀ ਦੇ ਅਨੁਸਾਰ, ਜਿਸ ਤਰ੍ਹਾਂ ਦਾ ਉਹਨਾਂ ਨੂੰ ਚਾਹੀਦਾ। ਇਹ ਤਾਂ ਹੋ ਗਿਆ ਮਾਰਕੀਟ ਡਰਿਵਨ ਅਫੋਰਡੇਬਿਲਿਟੀ, ਜਿਹੜੀ ਐਡਮਿੰਟਨ ਦੇ ਵਿੱਚ ਬਹੁਤ ਜ਼ਰੂਰੀ ਆ। ਉਹਨੂੰ ਕਾਇਮ ਰੱਖਣ ਵਾਸਤੇ ਜਿਹੜਾ ਏਰੀਆ ਸਾਡੇ ਡਿਵੈਲਪ ਹੁੰਦੇ ਰਹਿਣ, ਵਧੀਆ ਢੰਗ ਦੇ ਨਾਲ ਹੋਣ, ਅਤੇ ਹੋਣ ਵੀ ਇਸ ਤਰ੍ਹਾਂ ਕਿ ਜਿਹੜਾ ਸਰਵਿਸਿਜ਼ ਨੂੰ ਪ੍ਰੋਵਾਈਡ ਕਰਨ ਦਾ ਭਾਰ ਹੈ ਟੈਕਸ ਪੇਅਰ ਦੇ ਉੱਪਰ ਉਹ ਬਹੁਤਾ ਜ਼ਿਆਦਾ ਨਾ ਵਧੇ। ਦੂਸਰਾ ਹੈਗਾ ਕਿ ਉਹਨਾਂ ਲੋਕਾਂ ਵਾਸਤੇ ਜਿਹੜੇ ਘਰ ਖਰੀਦ ਨਹੀਂ ਸਕਦੇ ਪਰ ਉਹ ਰੈਂਟ 'ਤੇ ਰਹਿਣਾ ਚਾਹੁੰਦੇ, ਸੋ ਰੈਂਟਲ ਅਵੇਲੇਬਿਲਟੀ ਵੀ ਬਹੁਤ ਜ਼ਰੂਰੀ ਹੈ। ਉਹਦੇ ਵਿੱਚ ਅਫੋਰਡੇਬਿਲਟੀ ਹੋਣੀ, ਉਹਦੇ ਵਿੱਚ ਫੈਡਰਲ ਗਵਰਨਮੈਂਟ ਦੇ ਨਾਲ ਆਪਾਂ ਕੰਮ ਕਰ ਸਕਦੇ ਹਾਂ ਅਤੇ ਇੱਥੇ ਹੋਰ ਜਿਹੜਾ ਰੈਂਟਲ ਹਾਊਸਿੰਗ ਬਿਲਡ ਕਰ ਸਕਦੇ ਹਾਂ। ਜਿਹੜਾ ਤੀਸਰਾ ਕੰਪੋਨੈਂਟ ਹੈਗਾ ਉਹ ਸੋਸ਼ਲ ਹਾਊਸਿੰਗ ਦਾ, ਕਿ ਉਹ ਲੋਕੀ ਜਿਨ੍ਹਾਂ ਕੋਲ ਆਪਣਾ ਕੋਈ ਵਸੀਲਾ ਨਹੀਂ ਹੈ ਜਾਂ ਉਹ ਇੰਨੀ ਲੋ ਇਨਕਮ ਦੇ ਵਿੱਚ ਰਹਿੰਦੇ ਨੇ ਕਿ ਉਹ ਨਾ ਤਾਂ ਆਪਣਾ ਘਰ ਖਰੀਦ ਸਕਦੇ ਨੇ ਅਤੇ ਨਾ ਹੀ ਉਹਨਾਂ ਕੋਲ ਇਨਫ ਇਨਕਮ ਹੈਗੀ ਕਿ ਉਹ ਰੈਂਟ ਦੇ ਉੱਪਰ ਮਾਰਕੀਟ ਰੈਂਟ ਪੇ ਕਰ ਸਕਦਾ। ਸੋ ਉਹਨਾਂ ਵਾਸਤੇ ਜਿਹੜਾ ਸੋਸ਼ਲ ਹਾਊਸਿੰਗ ਨੂੰ ਬਿਲਡ ਕਰਨਾ ਉਹ ਵੀ ਬਹੁਤ ਜ਼ਰੂਰੀ ਹੈਗਾ। ਅਤੇ ਜਿਹੜਾ ਚੌਥਾ ਕੰਪੋਨੈਂਟ ਹੈਗਾ ਉਹ ਹੈ ਕਿ ਅਸੀਂ ਹੋਮਲੈਸਨੈਸ ਨੂੰ ਕਿਵੇਂ ਹੈਂਡਲ ਕਰਨਾ, ਕਿਉਂਕਿ ਹੋਮਲੈਸਨੈਸ ਸਾਡੇ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਹੈਗੀ ਹੈ। ਇਹ ਨਹੀਂ ਕਿ ਪਹਿਲੀ ਕੌਂਸਲ ਨੇ ਨਹੀਂ ਕੀਤਾ ਕੁਝ, ਕੌਂਸਲ ਨੇ ਬਹੁਤ ਉਪਰਾਲੇ ਕੀਤੇ ਨੇ। ਪਹਿਲੇ 2009 ਤੋਂ ਲੈ ਕੇ ਹੁਣ ਤੱਕ 12,000 ਉਹ ਲੋਕੀ ਹੁਣ ਘਰਾਂ ਦੇ ਵਿੱਚ ਰਹਿ ਰਹੇ ਨੇ ਜਿਨ੍ਹਾਂ ਕੋਲ ਪਹਿਲਾਂ ਕੋਈ ਘਰ ਨਹੀਂ ਸੀ। ਉਹ ਗਲੀਆਂ ਦੇ ਵਿੱਚ ਰਹਿੰਦੇ ਸੀ ਜਾਂ ਸਟਰੀਟ ਦੇ ਵਿੱਚ ਰਹਿੰਦੇ ਸੀ ਜਾਂ ਰਿਵਰ ਵੈਲੀ ਦੇ ਵਿੱਚ ਰਹਿੰਦੇ ਸੀ, ਬੇਘਰ ਸੀਗੇ। ਉਹ 12,000 ਲੋਕਾਂ ਨੂੰ ਘਰ ਮਿਲੇ ਆ। ਇਸ ਤਰ੍ਹਾਂ ਹੋਰਾਂ ਨੂੰ ਵੀ ਲੋੜ ਹੈਗੀ ਆ। ਸੋ ਇਹ ਚਾਰੇ ਜਿਹੜੇ ਕੰਪੋਨੈਂਟ ਹੈਗੇ ਆ ਸਾਡੀ ਜ਼ਿੰਦਗੀ ਨੂੰ ਵਧੀਆ ਬਣਾਉਣ ਵਾਸਤੇ ਜ਼ਰੂਰੀ ਹੈ। ਪਰ ਨਾਲ ਇੱਕ ਗੱਲ ਹੋਰ ਹੈ ਕਿ ਜਦੋਂ ਅਸੀਂ ਅਫੋਰਡੇਬਲ ਹਾਊਸਿੰਗ ਦੇ ਵਿੱਚ ਜਾਂ ਮਾਰਕੀਟ ਹਾਊਸਿੰਗ ਦੇ ਵਿੱਚ ਜਾਂ ਰੈਂਟਲ ਹਾਊਸਿੰਗ ਦੇ ਵਿੱਚ ਇਨਵੈਸਟ ਕਰਦੇ ਹਾਂ ਤਾਂ ਉਹਦੇ ਨਾਲ ਜੌਬਸ ਕ੍ਰੀਏਟ ਹੁੰਦੀ ਆ, ਕੰਸਟਰਕਸ਼ਨ ਇੰਡਸਟਰੀ ਅੱਗੇ ਵੱਧਦੀ ਆ ਅਤੇ ਉਹ ਲੋਕੀ ਜੋ ਇਹਦੇ ਵਿੱਚ ਇਸ ਇੰਡਸਟਰੀ ਦੇ ਵਿੱਚ ਟ੍ਰੇਡਸ ਵਾਲੇ ਪੀਪਲ ਹੈਗੇ ਆ ਉਹਨਾਂ ਨੂੰ ਅੱਗੇ ਜੌਬਸ ਮਿਲਦੀਆਂ ਨੇ, ਜਿਹਦੇ ਨਾਲ ਸਾਡੀ ਇਕਨੋਮਿਕ ਤਰੱਕੀ ਹੁੰਦੀ ਹੈ ਅਤੇ ਸਾਡੇ ਸਾਰਿਆਂ ਨੂੰ ਫਾਇਦਾ ਹੁੰਦਾ। ਜਦੋਂ ਆਪਾਂ ਅਫੋਰਡੇਬਲ ਹਾਊਸਿੰਗ ਦੀ ਇੱਕ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਲੋਕਾਂ ਦੇ ਵਿੱਚ ਇੱਥੇ ਅੱਜ ਕੱਲ੍ਹ ਗੱਲ ਚੱਲਦੀ ਵੀ ਦੇਖੋ ਜਿਹੜੇ ਲੋਟ ਵਗੈਰਾ ਨੇ ਉਹ ਬੜੇ ਮਹਿੰਗੇ ਆ। ਔਰ ਆਪਾਂ ਜਦੋਂ ਪਿੱਛੇ ਝਾਤੀ ਮਾਰਦੇ ਹਾਂ, ਕਦੇ ਸਮਾਂ ਸੀਗਾ ਸ਼ਹਿਰ ਇਸ ਮਤਲਬ ਐਡਮਿੰਟਨ ਸ਼ਹਿਰ ਨੇ ਬਹੁਤ ਸਾਰੇ ਇਲਾਕੇ, ਇੱਕ ਜਿਹੜਾ ਸਭ ਤੋਂ ਵੱਡਾ ਕਹਿ ਲਓ ਏਰੀਆ ਹੈ ਮਿਲਵੁੱਡਸ ਦਾ, ਜਾਂ ਉਧਰ ਨਾਰਥ ਸਾਈਡ ਦੇ ਵਿੱਚ ਵੀ ਇਸੇ ਤਰ੍ਹਾਂ, ਜਦੋਂ ਇਹ ਏਰੀਏ ਇਹਨਾਂ ਡਿਵੈਲਪ ਕੀਤੇ ਆ ਉਦੋਂ ਇਹਨਾਂ ਨੇ ਉਹ ਮਤਲਬ ਸਿਟੀ ਨੇ ਖੁਦ ਡਿਵੈਲਪ ਕਰਕੇ ਲੋਕਾਂ ਨੂੰ ਦਿੱਤੇ ਔਰ ਸਬਸਿਡਾਈਜ਼ ਲੋਟ ਦਿੱਤੇ ਨੇ। ਪਰ ਅੱਜ ਜਿਹੜੀ ਸਿਚੁਏਸ਼ਨ ਹੈ ਜੀ ਉਹ ਬਹੁਤ ਬਦਲੀ ਆ। ਲੋਟ ਹੀ ਨਹੀਂ ਮਿਲ ਰਿਹਾ ਔਰ ਲੋਟ ਅਗਰ ਮਿਲਦੇ ਵੀ ਆ ਤਾਂ ਬਹੁਤ ਮਹਿੰਗੇ ਮਿਲਦੇ ਨੇ। ਇਹ ਮਸਲਾ ਕਿਵੇਂ ਹੱਲ ਕਰੋਗੇ ਤੁਸੀਂ? ਦੇਖੋ, ਤੁਹਾਨੂੰ ਵੀ ਪਤਾ ਕਿ ਜਦੋਂ ਤੁਸੀਂ ਇੱਥੇ ਆਏ ਸੀ 70s ਦੇ ਵਿੱਚ ਜਾਂ ਅਰਲੀ 80s ਦੇ ਵਿੱਚ, ਉਦੋਂ ਮਿਲਵੁੱਡਸ ਡਿਵੈਲਪ ਹੋਇਆ ਸੀਗਾ ਅਤੇ ਸਿਟੀ ਨੇ ਆਪ ਇਨਵੈਸਟ ਕਰਕੇ ਇਨਫਰਾਸਟਰਕਚਰ ਪਾਇਆ ਸੀਗਾ ਅਤੇ ਇਨਫਰਾਸਟਰਕਚਰ ਪਾਉਣ ਤੋਂ ਬਾਅਦ ਲੋਕਾਂ ਨੂੰ ਇਕੋਨਮੀ ਨੂੰ ਬੂਸਟ ਕਰਨ ਵਾਸਤੇ
ਜਿਹੜੀਆਂ ਸਬਸਿਡੀਜ਼ ਦਿੱਤੀਆਂ ਸੀਗੀਆਂ ਕਿ ਤੁਸੀਂ ਸਬਸਿਡਾਈਜ਼ ਰੇਟ 'ਤੇ ਲਾਟ ਲੈ ਕੇ ਆਪਣਾ ਘਰ ਬਣਾ ਸਕਦੇ ਸੀਗੇ। ਹੁਣ ਵੀ ਸਿਟੀ ਵਾਲੇ ਕਰਦੇ ਆ, ਕੁਝ ਏਰੀਆ ਦੇ ਵਿੱਚ ਸਿਟੀ ਆਪ ਲੈਂਡ ਡਿਵੈਲਪ ਕਰਦੀ ਹੈ ਅਤੇ ਉਹ ਜਿਹੜੀਆਂ ਲਾਟਸ ਹੈਗੀਆਂ ਇੰਡੀਵਿਜੂਅਲਸ ਨੂੰ ਅਵੇਲੇਬਲ ਕਰਦੀ ਹੈ। ਉਹਦੇ ਵਿੱਚ ਕੁਝ ਦਿੱਕਤਾਂ ਆਈਆਂ ਨੇ ਜਿਹੜੀਆਂ ਮੇਰੇ ਵੀ ਧਿਆਨ ਦੇ ਵਿੱਚ ਲੋਕਾਂ ਨੇ ਲਿਆਂਦੀਆਂ ਨੇ ਕਿ ਉਹਨੂੰ ਅਸੀਂ ਕਿਵੇਂ ਹੋਰ ਟਰਾਂਸਪੇਰੈਂਟ ਕਰ ਸਕਦੇ ਹਾਂ, ਕਿਵੇਂ ਉਹਦੇ ਵਿੱਚ ਸੁਧਾਰ ਕਰ ਸਕਦੇ ਹਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਦੇ ਵਿੱਚ ਆਪਰਚੁਨਿਟੀ ਮਿਲੇ ਅਤੇ ਉਹਨਾਂ ਦੀ ਜੇ ਵਾਰੀ ਆਉਂਦੀ ਹੈ ਤਾਂ ਉਹਨਾਂ ਨੂੰ ਉਹ ਲਾਟ ਮਿਲ ਸਕੇ। ਸੋ ਸਿਟੀ ਐਡਮਿੰਟਨ, ਮਿਲਵੁੱਡ, ਸਾਊਥ ਈਸਟ ਦੇ ਵਿੱਚ ਵੀ ਅਤੇ ਨਾਰਥ ਸਾਈਡ ਦੇ ਵਿੱਚ ਵੀ ਇਨਵੈਸਟ ਕਰ ਰਹੀ ਹੈ ਅਤੇ ਆਪਣੇ ਵੱਲੋਂ ਜਿਹੜੀਆਂ ਡਿਵੈਲਪਮੈਂਟ ਕਰਕੇ ਲੋਕਾਂ ਨੂੰ ਅਫੋਰਡੇਬਲ ਹਾਊਸਿੰਗ ਦੇ ਵਿੱਚ ਕਰ ਰਹੀ ਹੈ। ਅਤੇ ਦੂਸਰੀ ਗੱਲ ਇਹ ਹੈਗੀ ਕਿ ਜਿਹੜਾ ਡਿਵੈਲਪਮੈਂਟ ਦੀ ਕਾਸਟ ਹੈਗੀ ਆ, ਉਹ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਕਾਸਟ ਹੈਗੀ, ਜਿਹੜੀ ਅਪ ਫਰੰਟ ਕਾਸਟ ਹੁੰਦੀ ਹੈ ਡਿਵੈਲਪਰਸ ਨੂੰ, ਉਹ ਫਿਰ ਉਹ ਘਰਾਂ ਵਾਲਿਆਂ ਤੋਂ ਉਹਨਾਂ ਨੂੰ ਵਾਪਸ ਲੈਣੀ ਪੈਂਦੀ ਜਦੋਂ ਉਹ ਆਪਣੀਆਂ ਲਾਟਸ ਸੇਲ ਕਰਦੇ ਨੇ। ਅਤੇ ਉਹ ਜਿਹੜੀ ਡਿਵੈਲਪਮੈਂਟ ਦੀ ਕਾਸਟ ਹੈ ਉਹਦੇ ਵਿੱਚ ਵੀ ਸਾਨੂੰ ਝਾਤੀ ਮਾਰਨ ਦੀ ਲੋੜ ਹੈਗੀ ਹੈ ਕਿ ਕਿਵੇਂ ਅਸੀਂ ਜਿਹੜੀਆਂ ਸਾਰੇ ਹੀ ਲੋਕਾਂ ਦੇ ਨਾਲ ਮਿਲ ਕੇ ਜਿਹੜੀ ਅਫੋਰਡੇਬਿਲਟੀ ਹੈ ਉਸ ਨੂੰ ਅੱਗੇ ਵਧਾ ਸਕੀਏ ਅਤੇ ਹੋਰ ਅਫੋਰਡੇਬਲ ਹਾਊਸਿੰਗ ਇੱਥੇ ਕ੍ਰੀਏਟ ਕਰ ਸਕੀਏ ਅਤੇ ਅਵੇਲੇਬਿਲਟੀ ਹੋ ਸਕੇ। ਤਾਂ ਕਿ ਜੇ ਅਵੇਲੇਬਿਲਟੀ ਨੂੰ ਅਸੀਂ ਰੋਕ ਲੈਂਦੇ ਹਾਂ ਫਿਰ ਜਿਹੜੀ ਮਾਰਕੀਟ ਡਿਸਟੋਰਟ ਹੋ ਜਾਂਦੀ ਹੈ ਅਤੇ ਉਹਦੀਆਂ ਜਿਹੜੀਆਂ ਲਾਟ ਦੀਆਂ ਵੈਲਿਊਜ਼ ਨੂੰ ਵੱਧ ਜਾਂਦੀਆਂ ਅਤੇ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਂਦੀਆਂ। ਜਿਹੜੇ ਡਿਵੈਲਪਰ ਹੈਗੇ ਆ, ਕਈ ਵਾਰੀ ਲੋਕਾਂ ਨੂੰ ਇੱਦਾਂ ਮਹਿਸੂਸ ਹੁੰਦਾ ਹੈ ਵੀ ਜਿਹੜੇ ਡਿਵੈਲਪਰਜ਼ ਆ ਉਹ ਮਤਲਬ ਇਹਦੇ ਵਿੱਚ ਬਹੁਤ ਵੱਡਾ ਘਾਲਾ ਮਾਲਾ ਕਰਦੇ ਆ। ਵੀ ਮੈਨੂੰ ਹੁਣ ਡਿਟੇਲ ਨਹੀਂ ਪਤਾ ਉਹਦੇ ਵਿੱਚ ਵੀ ਕਿਸ ਤਰ੍ਹਾਂ, ਪਰ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਹੁੰਦੀ ਹੈ ਵੀ ਜਿਹੜੇ ਡਿਵੈਲਪਰਜ਼ ਨੇ ਉਹ ਇਸ ਤਰ੍ਹਾਂ ਦੀ ਸਿਚੁਏਸ਼ਨ ਕ੍ਰੀਏਟ ਕਰਦੇ ਤਾਂ ਇਹ ਜਿਹੜਾ ਕੰਮ ਕਾਰ ਸਾਰਾ ਮਹਿੰਗਾ ਹੋ ਰਿਹਾ। ਦੇਖੋ, ਅਕਾਊਂਟੇਬਿਲਟੀ ਸਿਸਟਮ ਦੇ ਵਿੱਚ ਬਹੁਤ ਹੀ ਜ਼ਰੂਰੀ ਹੁੰਦੀ ਹੈ ਕਿ ਲੋਕਾਂ ਨੂੰ ਪਤਾ ਹੋਵੇ ਕਿ ਜਿਹੜਾ ਉਹਨਾਂ ਦਾ ਪੈਸਾ ਹੈ ਜਾਂ ਜੋ ਜਿੱਥੇ ਉਹ ਆਪਣਾ ਮਾਰਕੀਟ ਦੇ ਵਿੱਚ ਪੈਸਾ ਲਾ ਰਹੇ ਨੇ ਜਾਂ ਜੋ ਘਰ ਖਰੀਦ ਰਹੇ ਨੇ ਜਾਂ ਲਾਟ ਖਰੀਦ ਰਹੇ ਨੇ ਉਹਦੇ ਵਿੱਚ ਟਰਾਂਸਪੇਰੈਂਸੀ ਬਹੁਤ ਹੀ ਜ਼ਰੂਰੀ ਹੁੰਦੀ ਹੈ ਕਿ ਤਾਂ ਕਿ ਜਿਹੜਾ ਤੁਸੀਂ ਕੰਟਰੈਕਟ ਸਾਈਨ ਕਰਦੇ ਹੋ ਉਸ ਅਨੁਸਾਰ ਤੁਸੀਂ ਜਿਹੜੇ ਡਿਵੈਲਪਰਸ ਨੇ ਜਾਂ ਜਿਹੜੇ ਬਿਲਡਰਸ ਨੇ ਜਾਂ ਤੁਸੀਂ ਆਪ ਜਿਹੜੀਆਂ ਤੁਹਾਡੀਆਂ ਰਿਸਪੌਂਸਿਬਿਲਿਟੀਜ਼ ਹੈਗੀਆਂ ਸਾਰਿਆਂ ਨੂੰ ਕਲੀਅਰ ਹੋ ਸਕਣ। ਇਹ ਟਰਾਂਸਪੇਰੈਂਸੀ ਬਹੁਤ ਹੀ ਜ਼ਰੂਰੀ ਹੈਗੀ ਹੈ ਅਤੇ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਅਸੀਂ ਏਰੀਆ ਡਿਵੈਲਪ ਕਰਦੇ ਹਾਂ ਤਾਂ ਉਸ ਏਰੀਏ ਦੇ ਵਿੱਚ ਕਿਹੜੀਆਂ ਅਮੈਨਿਟੀਜ਼ ਆਉਣੀਆਂ ਨੇ, ਕੀ ਉੱਥੇ ਰੈਕ ਸੈਂਟਰ ਆਉਣਾ, ਕੀ ਉੱਥੇ ਲਾਇਬ੍ਰੇਰੀ ਆਉਣੀ ਹੈ, ਕੀ ਉੱਥੇ ਪਾਰਕ ਬਣਨੇ ਨੇ, ਕੀ ਉੱਥੇ ਸਕੂਲ ਬਣਨਾ, ਜਾਂ ਉੱਥੇ ਪੁਲਿਸ ਸਟੇਸ਼ਨ ਬਣਨਾ। ਜਿਹੜੀ ਇਹ ਇਨਫੋਰਮੇਸ਼ਨ ਹੈ ਕਈ ਵਾਰ ਨਹੀਂ ਸਾਂਝੀ ਕੀਤੀ ਜਾਂਦੀ। ਇਹ ਮੈਂ ਜ਼ਰੂਰੀ ਸਮਝਦਾ ਕਿ ਇਹ ਜਿਹੜੀ ਇਨਫੋਰਮੇਸ਼ਨ ਹੈ ਜ਼ਰੂਰ ਸਾਂਝੀ ਹੋਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੇ ਜਦੋਂ ਆਪਣੀ ਇਨਵੈਸਟਮੈਂਟ ਕਰਨੀ, ਐਡੀ ਵੱਡੀ ਇਨਵੈਸਟਮੈਂਟ ਕਰਨੀ ਹੈ ਜਿਹੜੀ ਇੱਕ ਆਮ ਵਿਅਕਤੀ ਸਭ ਤੋਂ ਵੱਡੀ ਇਨਵੈਸਟਮੈਂਟ ਘਰ ਖਰੀਦਣ ਦੇ ਵਿੱਚ ਕਰਦਾ, ਤਾਂ ਕਿ ਉਹ ਬੜੀ ਸੋਚ ਸਮਝ ਦੇ ਨਾਲ ਉਹ ਡਿਵੈਲਪਮੈਂਟ ਦੇ ਵਿੱਚ ਜਾਂ ਉਹ ਇਨਵੈਸਟ ਕਰ ਸਕੇ। ਅੱਛਾ ਅਮਰਜੀਤ, ਤੁਸੀਂ ਜਿਵੇਂ ਪਹਿਲਾਂ ਦੱਸਿਆ ਸੀਗਾ ਵੀ ਜਿਹੜਾ ਇਸ ਰੇਸ ਦੇ ਵਿੱਚ ਤੁਸੀਂ ਆਏ ਆ, ਮਤਲਬ ਹੋਰ ਆਪਣੇ ਸ਼ਹਿਰ ਦੇ ਵਿੱਚ ਆਪਾਂ ਬਹੁਤ ਸਾਲਾਂ ਤੋਂ ਦੇਖਦੇ ਆ ਜਿਹੜਾ ਡਾਊਨ ਟਾਊਨ ਦਾ ਏਰੀਆ ਆ ਉਹਦੇ ਵਿੱਚ ਜਿਵੇਂ ਸ਼ਾਮ ਨੂੰ ਕਹਿ ਲਓ ਵੀ 6 ਵਜੇ ਤੋਂ ਬਾਅਦ ਬਿਲਕੁਲ ਕੰਮ ਬੰਦ ਹੀ ਹੋ ਜਾਂਦਾ ਵੀ ਲੋਕੀ ਕੰਮ ਕਰ ਕੀਤਾ ਘਰਾਂ ਨੂੰ ਉੱਥੋਂ ਚਲੇ ਗਏ ਅਤੇ ਉਦੋਂ ਬਾਅਦ ਉਹ ਗੱਲ ਖਤਮ ਆ। ਹਾਲਾਂਕਿ ਸਿਟੀ ਨੇ ਬੜੇ ਉਪਰਾਲੇ ਪਹਿਲਾਂ ਵੀ ਕੀਤੇ ਆ, ਕਦੇ ਉੱਥੇ ਬਿਊਟੀਫਿਕੇਸ਼ਨ ਕਰਨ ਦੀ ਗੱਲ ਕੀਤੀ ਜਾਂ ਹੋਰ ਇਸ ਤਰ੍ਹਾਂ ਦੀਆਂ ਐਮਿਨਿਟੀਜ਼ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉੱਥੇ ਉਹ ਗੱਲ ਜੀ ਬਣੀ ਨਹੀਂ। ਤੁਹਾਡੇ ਕੋਈ ਹੋਰ ਮਨ ਦੇ ਵਿੱਚ ਖਿਆਲ ਆਉਂਦਾ ਵੀ ਇਹ ਕਿਸ ਤਰ੍ਹਾਂ ਉਹਨੂੰ ਉੱਥੇ ਜਿਹੜਾ ਜੀ ਲਾਈਵਲੀ ਬਣਾਇਆ ਜਾ ਸਕਦਾ ਡਾਊਨ ਟਾਊਨ ਜਿਹੜਾ? ਦੇਖੋ, ਕੋਵਿਡ ਤੋਂ ਪਹਿਲਾਂ ਸਾਡੇ ਡਾਊਨ ਟਾਊਨ ਦੇ ਵਿੱਚ ਜਿਹੜੀਆਂ ਇਨਵੈਸਟਮੈਂਟਸ ਹੋਈਆਂ ਨੇ ਉਹਦੇ ਬੜੇ ਵਧੀਆ ਨਤੀਜੇ ਆ ਰਹੇ ਸੀਗੇ। ਉੱਥੇ ਹੋਰ ਲੋਕੀ ਰਹਿਣਾ ਸ਼ੁਰੂ ਕਰ ਰਹੇ ਨੇ। ਹੁਣ ਡਾਊਨ ਟਾਊਨ ਦੇ ਵਿੱਚ ਰੈਜ਼ੀਡੈਂਸ਼ੀਅਲ ਡਿਵੈਲਪਮੈਂਟ ਕੋਵਿਡ ਤੋਂ ਪਹਿਲਾਂ ਬਹੁਤ ਹੋ ਰਹੀ ਸੀਗੀ, ਕਮਰਸ਼ੀਅਲ ਡਿਵੈਲਪਮੈਂਟ ਹੋ ਰਹੀ ਸੀ, ਕੰਪਨੀਆਂ ਡਾਊਨ ਟਾਊਨ ਦੇ ਵਿੱਚ ਮੂਵ ਹੋ ਰਹੀਆਂ ਸੀ। ਅਰੀਨਾ ਦਾ ਡਾਊਨ ਟਾਊਨ ਦੇ ਵਿੱਚ ਆਉਣ ਨਾਲ ਉੱਥੇ ਤਕਰੀਬਨ 2-3 ਬਿਲੀਅਨ ਡਾਲਰ ਦੀ ਐਕਸਟਰਾ ਇਨਵੈਸਟਮੈਂਟ ਹੋਰ ਹੋਈ ਆ। ਉਹ ਸਾਰੀਆਂ ਚੀਜ਼ਾਂ ਡਾਊਨ ਟਾਊਨ ਨੂੰ ਵਧੀਆ ਬਣਾਉਣ ਦੇ ਵਿੱਚ ਸਹਾਈ ਹੋ ਰਹੀਆਂ ਸੀਗੀਆਂ, ਪਰ ਦੁੱਖ ਵਾਲੀ ਗੱਲ ਹੈ ਕਿ ਕੋਵਿਡ ਦੇ ਨਾਲ ਸਾਰਾ ਕੁਝ ਬੰਦ ਹੋ ਗਿਆ। ਹੁਣ ਲੋਕੀ ਡਾਊਨ ਟਾਊਨ ਦੇ ਵਿੱਚ ਕੰਮ ਨਹੀਂ ਕਰ ਰਹੇ, ਜਿਹੜੇ ਉੱਥੇ ਰਹਿ ਰਹੇ ਆ ਉਹਨਾਂ ਨੂੰ ਵੀ ਰਹਿਣਾ ਔਖਾ ਲੱਗ ਰਿਹਾ। ਇਸ ਕਰਕੇ ਜਦੋਂ ਕੋਵਿਡ ਖੁੱਲ੍ਹਿਆ ਤਾਂ ਸਾਡਾ ਜਿਹੜਾ ਫੋਕਸ ਹੋਊਗਾ ਉਹ ਹੋਊਗਾ ਕਿ ਡਾਊਨ ਟਾਊਨ ਨੂੰ ਅਸੀਂ ਰਿਵਾਈਵ ਕਿਵੇਂ ਕਰਨਾ। ਜਿਹੜੇ ਡਾਊਨ ਟਾਊਨ ਦੇ ਵਿੱਚ ਰੈਸਟੋਰੈਂਟਸ ਹੈਗੇ ਆ, ਪਬਸ ਹੈਗੀਆਂ, ਹੇਅਰ ਸਲੂਨਸ ਹੈਗੇ ਆ, ਰੈਜ਼ੀਡੈਂਸ਼ੀਅਲ ਡਿਵੈਲਪਮੈਂਟ ਜਾਂ ਕਮਰਸ਼ੀਅਲ ਡਿਵੈਲਪਮੈਂਟ ਹੈਗੀ ਆ, ਉਹਨੂੰ ਦੁਬਾਰਾ ਪ੍ਰਫੁੱਲਿਤ ਕਰਨ ਵਾਸਤੇ, ਉਹਨੂੰ ਦੁਬਾਰਾ ਸਟਰੋਂਗ ਕਰਨ ਵਾਸਤੇ ਆਪਾਂ ਆਪਣੇ ਵੱਲੋਂ ਕੋਈ ਸਟ੍ਰੈਟਜੀ ਲੈ ਕੇ ਆਵਾਂਗੇ
ਜਿਹੜੀ ਕੈਂਪੇਨ ਦੇ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ, ਕੁਝ ਹਫ਼ਤਿਆਂ ਦੇ ਵਿੱਚ ਲਾਂਚ ਕਰਾਂਗੇ, ਜਿਹਦੇ ਨਾਲ ਇਹ ਦੱਸਾਂਗੇ ਕਿਵੇਂ ਅਸੀਂ ਡਾਊਨਟਾਊਨ ਨੂੰ ਫੇਰ ਇੱਕ ਥਰਾਈਵਿੰਗ ਤੇ ਇੱਕ ਵਾਈਬ੍ਰੈਂਟ ਡਾਊਨਟਾਊਨ ਕੋਰ ਬਣਾ ਸਕਦੇ ਹਾਂ। ਕਦੇ ਤੁਸੀਂ ਇੱਥੇ ਹੋਰ ਕੋਈ ਕਲਚਰਲ ਐਕਟੀਵਿਟੀਜ਼, ਜਿੱਦਾਂ ਜੀ ਹੁਣ ਵੱਖਰੇ ਵੱਖਰੇ ਕਲਚਰ ਹੈਗੇ ਆ ਜਿਹੜੇ ਇੱਥੇ ਰਹਿੰਦੇ ਨੇ, ਜੇ ਕੋਈ ਇੱਦਾਂ ਦੀ ਸਾਂਝੀ ਜਗ੍ਹਾ ਹੋਵੇ ਜਿੱਥੇ ਉਸ ਤਰ੍ਹਾਂ ਦਾ ਰੌਣਕ ਮੇਲਾ ਲੱਗਦਾ ਹੋਵੇ, ਕੋਈ ਉੱਦਾਂ ਦੀ ਵੀ ਸਕੀਮ ਹੋ ਸਕਦੀ ਜੀ? ਦੇਖੋ, ਟੂਰਿਜ਼ਮ ਬਹੁਤ ਜ਼ਿਆਦਾ ਜ਼ਰੂਰੀ ਹੈ ਆਪਣੀ ਇਕੋਨਮੀ ਨੂੰ ਅੱਗੇ ਤੋਰਨ ਵਾਸਤੇ ਤੇ ਨਾਲ ਹੀ ਨਾਲ ਲੋਕਾਂ ਨੂੰ ਮਨੋਰੰਜਨ ਵਾਸਤੇ, ਕਿ ਇੰਜੋਏ ਕਰ ਸਕਣ ਕੁਆਲਿਟੀ ਆਫ ਲਾਈਫ ਵਾਸਤੇ। ਭਾਵੇਂ ਉਹ ਸਾਡੀ ਕਲਚਰਲ ਜਿਹੜਾ ਡਾਈਵਰਸਿਟੀ ਹੈਗੀ ਉਹਨੂੰ ਅਸੀਂ ਕਿਵੇਂ ਸੈਲੀਬ੍ਰੇਟ ਕਰ ਸਕਦੇ ਹਾਂ, ਜਾਂ ਜਿਹੜੀ ਸਾਡੀ ਲਿੰਗੁਇਸਟਿਕ ਇੰਡੀਜਨਸ ਲੋਕਾਂ ਦੀ ਕਿੱਡੀ ਰਿਚ ਹਿਸਟਰੀ ਹੈਗੀ ਹੈ ਐਡਮਿੰਟਨ ਦੇ ਵਿੱਚ, ਉਹਨੂੰ ਅਸੀਂ ਕਿਵੇਂ ਪ੍ਰੋਫਾਈਲ ਕਰ ਸਕਦੇ ਹਾਂ, ਕਿਵੇਂ ਦੁਨੀਆ ਨੂੰ ਦੱਸ ਸਕਦੇ ਹਾਂ, ਅਤੇ ਕਿਵੇਂ ਉਹਦੇ ਵਿੱਚ ਅਸੀਂ ਹੋਰ ਟੂਰਿਜ਼ਮ ਕ੍ਰੀਏਟ ਕਰ ਸਕਦੇ ਹਾਂ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਅਪਰਚੁਨਿਟੀਜ਼ ਹੈਗੀਆਂ ਜਿਹਦੇ ਨਾਲ ਅਸੀਂ ਆਪਣੀ ਇਕੋਨਮੀ ਨੂੰ ਅੱਗੇ ਤੋਰ ਸਕਦੇ ਹਾਂ, ਜੌਬਸ ਵੀ ਕ੍ਰੀਏਟ ਕਰ ਸਕਦੇ ਹਾਂ, ਤੇ ਨਾਲ ਨਾਲ ਡਾਊਨਟਾਊਨ ਦੇ ਵਿੱਚ ਹੋਰ ਵਾਈਬ੍ਰੈਂਸੀ ਲੈ ਕੇ ਆ ਸਕਦੇ ਹਾਂ। ਬਹੁਤ ਮੇਲੇ ਲੱਗਦੇ ਨੇ ਡਾਊਨਟਾਊਨ ਦੇ ਵਿੱਚ, ਜਿਵੇਂ ਸਟਰੀਟ ਪਰਫਾਰਮੈਂਸ ਫੈਸਟੀਵਲ ਜਾਂ ਟੇਸਟ ਆਫ ਐਡਵੈਂਚਰ ਜਿਹੜਾ ਫੂਡ ਫੈਸਟੀਵਲ, ਗਲੋਬਲ ਵਿਜ਼ਨ ਫੈਸਟੀਵਲ ਜਿਹੜਾ ਵਾਈਟ ਐਵਨਿਊ 'ਤੇ ਪਹਿਲਾਂ ਲੱਗਦਾ ਸੀਗਾ, ਜਾਂ ਜਿਹੜਾ ਫੋਕ ਫੈਸਟ ਲੱਗਦਾ ਡਾਊਨਟਾਊਨ ਦੇ ਨਾਲ ਹੀ, ਉੱਥੇ ਡਾਊਨਟਾਊਨ ਦੇ ਵਿੱਚ ਐਕਟੀਵਿਟੀ ਕਿੰਨੀਆਂ ਹੋ ਜਾਂਦੀਆਂ ਨੇ, ਕੈਰੀ ਵੈਸਟ ਫੈਸਟੀਵਲ। ਸੋ ਇਹ ਸਟਰੀਟ ਪਰਫਾਰਮੈਂਸ, ਇਸ ਤਰ੍ਹਾਂ ਬਹੁਤ ਫੈਸਟੀਵਲ ਨੇ ਜਿਹੜੇ ਆਪਾਂ ਦੁਬਾਰਾ ਰਿਵਾਈਵ ਕਰ ਸਕਦੇ ਹਾਂ ਡਾਊਨਟਾਊਨ ਨੂੰ ਬਹੁਤ ਵਧੀਆ ਬਣਾਉਣ ਵਾਸਤੇ। ਅੱਛਾ, ਕੈਨੇਡਾ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਮੀਗ੍ਰੇਸ਼ਨ ਕਾਫੀ ਨੰਬਰ ਵਧੇ ਹੋਏ ਨੇ। ਉਹਦੇ ਵਿੱਚ ਮਤਲਬ ਹੁਣ ਜੇ ਆਪਾਂ ਦੇਖੀਏ, ਐਡਮਿੰਟਨ ਸ਼ਹਿਰ ਕੀ ਉਪਰਾਲੇ ਕਰਦਾ ਵੀ ਜਿਹੜੇ ਚਾਹੇ ਕੋਈ ਐਂਟਰਪ੍ਰੈਨਿਓਰ ਆ ਰਿਹਾ ਜਾਂ ਸਟੂਡੈਂਟ ਆ ਰਿਹਾ ਉਹਨਾਂ ਨੂੰ ਇੱਧਰ ਲਿਆਉਣ ਲਈ? ਦੇਖੋ, ਐਡਮਿੰਟਨ ਦੀ ਤਰੱਕੀ ਦੇ ਵਿੱਚ ਇਮੀਗ੍ਰੇਸ਼ਨ ਦਾ ਬਹੁਤ ਵੱਡਾ ਹੱਥ ਤੇ ਹੈ ਤੇ ਰਹਿਣਾ ਆ। ਹੁਣ ਆਪਾਂ ਹਾਊਸਿੰਗ ਮਾਰਕੀਟ ਦੀ ਗੱਲ ਕਰਦੇ ਸੀ ਪਹਿਲਾਂ। ਇਸ ਵੇਲੇ ਹਾਊਸਿੰਗ ਮਾਰਕੀਟ ਦੇ ਵਿੱਚ ਅਸੀਂ ਬਹੁਤ ਜੌਬਸ ਕ੍ਰੀਏਟ ਹੋ ਰਹੀਆਂ ਨੇ ਆਪਣੇ ਐਡਮਿੰਟਨ ਸ਼ਹਿਰ ਦੇ ਵਿੱਚ, ਕਿਉਂਕਿ ਲੋਕੀ ਘਰ ਖਰੀਦਣਾ ਚਾਹੁੰਦੇ ਆ। ਕੌਣ ਨੇ ਜੋ ਲੋਕੀ ਘਰ ਖਰੀਦ ਰਹੇ ਨੇ ਇਸ ਵੇਲੇ? ਉਹ ਜਿਹੜੇ ਦੂਜੇ ਸ਼ਹਿਰਾਂ ਤੋਂ ਐਡਮਿੰਟਨ ਦੇ ਵਿੱਚ ਮੂਵ ਹੋ ਰਹੇ ਨੇ, ਜਾਂ ਦੂਜੇ ਦੇਸ਼ਾਂ ਤੋਂ ਐਡਮਿੰਟਨ ਦੇ ਵਿੱਚ ਮੂਵ ਹੋ ਰਹੇ ਨੇ, ਜਾਂ ਇੱਥੇ ਜਿਹੜੀਆਂ ਫੈਮਿਲੀਜ਼ ਉਹ ਵੱਡੀਆਂ ਹੋ ਰਹੀਆਂ ਨੇ ਤੇ ਬੱਚੇ ਆਪਣੇ ਘਰ ਆਪ ਖਰੀਦਣਾ ਚਾਹੁੰਦੇ ਨੇ, ਅਲੱਗ ਰਹਿਣਾ ਚਾਹੁੰਦੇ ਨੇ। ਇਹ ਸਾਰੀਆਂ ਚੀਜ਼ਾਂ ਹਾਊਸਿੰਗ ਮਾਰਕੀਟ ਨੂੰ ਸਟਰੋਂਗ ਬਣਾਉਣ ਵਾਸਤੇ, ਆਪਣੀ ਇਕੋਨਮੀ ਨੂੰ ਸਟਰੋਂਗ ਬਣਾਉਣ ਵਾਸਤੇ ਬਹੁਤ ਜ਼ਰੂਰੀ ਨੇ, ਅਤੇ ਇਮੀਗ੍ਰੇਸ਼ਨ ਇੱਕ ਇਹਦਾ ਬਹੁਤ ਵੱਡਾ ਹਿੱਸਾ ਹੈ। ਅਤੇ ਇਹ ਵੀ ਆਪਾਂ ਜਿਹੜਾ ਆਪਣੀ ਕੈਂਪੇਨ ਦੇ ਵਿੱਚ ਅੱਗੇ ਆਈਡੀਆਜ਼ ਲੈ ਕੇ ਆਵਾਂਗੇ ਕਿ ਕਿਵੇਂ ਐਡਮਿੰਟਨ ਨੂੰ ਜਿਹੜਾ ਆਪਣਾ ਸ਼ੇਅਰ ਹੈਗਾ ਇਮੀਗ੍ਰੇਸ਼ਨ ਦਾ ਉਹ ਅਸੀਂ ਵਧਾ ਸਕਦੇ ਹਾਂ। ਅਤੇ ਨਾਲ ਹੀ ਨਾਲ ਜਿਹੜੇ ਇੱਥੇ ਲੋਕੀ ਆਏ ਹੋਏ ਆ, ਜਿਵੇਂ ਸਟੂਡੈਂਟਸ ਨੇ, ਕਿਉਂ ਨਹੀਂ ਇੱਥੇ ਸਟੂਡੈਂਟ ਐਡਮਿੰਟਨ ਦੇ ਵਿੱਚ ਰਹਿ ਕੇ ਸਾਡੀ ਇਕੋਨਮੀ ਨੂੰ ਅੱਗੇ ਵਧਾਉਣ ਵਾਸਤੇ ਸਾਡੇ ਲਈ ਸਹਾਈ ਹੋ ਸਕਣ, ਜਾਂ ਇਸ ਤਰ੍ਹਾਂ ਜਿਹੜੇ ਹੋਰ ਆਪਰਚੁਨਿਟੀਜ਼ ਨੇ ਉਹ ਸਾਰੀਆਂ ਐਕਸਪਲੋਰ ਕਰਾਂਗੇ। ਅਮਰੀਤ ਜੀ, ਕਈ ਵਾਰੀ ਕੁਝ ਅਜਿਹੇ ਫੈਸਲੇ ਕੌਂਸਲ ਦੇ ਵਿੱਚ ਲੈ ਜਾਂਦੇ ਆ ਔਰ ਬਾਹਰ ਲੋਕ ਬੜੀ ਉਹਦੇ 'ਤੇ ਫਿਰ ਚਰਚਾ ਹੁੰਦੀ ਰਹਿੰਦੀ ਵੀ ਇਹ ਦੇਖੋ ਜੀ ਇੱਕ ਕਿਸਮ ਦਾ ਪੈਸਾ ਵੇਸਟ ਹੋ ਰਿਹਾ। ਪਿੱਛੇ ਜਿਹੇ ਜਿਹੜੇ 2-3 ਫੈਸਲੇ ਨੇ, ਖਾਸ ਕਰਕੇ ਸਪੀਡਿੰਗ ਵਾਲਾ ਜਿਹੜਾ ਸਿਲਸਿਲਾ ਸੀਗਾ ਕਿ ਸ਼ਹਿਰ ਦੇ ਵਿੱਚ ਸਾਰੇ ਪਾਸੇ ਸਪੀਡ ਜਿਹੜੀ ਹੈ ਜੀ ਉਹ ਘਟਾ ਕੇ 30 ਕਿਲੋਮੀਟਰ ਪਰ ਆਵਰ 'ਤੇ ਲੈ ਆਂਦੀ ਜਾਵੇ। ਤੁਹਾਨੂੰ ਲੱਗਦਾ ਨਹੀਂ ਵੀ ਇਹ ਫੈਸਲਾ ਜਿਹੜਾ ਮਤਲਬ ਉਹ ਸਾਰੇ ਬੋਰਡ ਚੇਂਜ ਕਰਨੇ ਜਾਂ ਹੋਰ ਇਸ ਤਰ੍ਹਾਂ ਦਾ ਕੰਮ ਕਰਨਾ, ਵੀ ਪਹਿਲਾਂ ਜੇ ਲੋਕੀ ਇਹ ਦੂਸਰੀ ਸਪੀਡ ਦੇ ਉੱਤੇ ਵਰਕ ਕਰਦੇ ਆ ਰਹੇ ਆ, ਕੁਝ ਆਵਰਜ਼ ਹੋਇਆ ਕਰਦੇ ਸੀਗੇ, ਹੁਣ ਉਹਨਾਂ ਆਵਰਜ਼ ਨੂੰ ਹਟਾ ਕੇ 24 ਘੰਟੇ ਲਈ ਕਰ ਦਿੱਤਾ ਗਿਆ ਸਿਲਸਿਲਾ, ਤੁਹਾਨੂੰ ਲੱਗਦਾ ਇਹ ਵੀ ਉਹ ਗੱਲਾਂ ਵਾਜਬ ਨੇ ਜਾਂ ਲੋਕਾਂ ਦੀਆਂ ਸ਼ਿਕਾਇਤਾਂ ਵਾਜਬ ਆ ਵੀ ਭਾਈ ਇਹ ਸਿਟੀ ਜਦੋਂ ਫੈਸਲੇ ਲੈਂਦੀ ਲੋਕਾਂ ਨਾਲ ਗੱਲ ਨਹੀਂ ਕਰਦੀ? ਦੇਖੋ, ਪਹਿਲਾਂ ਤਾਂ ਕੋਈ ਵੀ ਫੈਸਲਾ ਕਰਨਾ ਸਿਟੀ ਕੌਂਸਲ ਨੇ ਲੋਕਾਂ ਦੀ ਸਲਾਹ ਦੇ ਨਾਲ ਤੇ ਪ੍ਰੋਪਰ ਕੰਸਲਟੇਸ਼ਨ ਤੋਂ ਬਾਅਦ ਹੀ ਹੋਣਾ ਚਾਹੀਦਾ। ਦੂਸਰਾ ਕਿ ਫੈਸਲੇ ਵਿੱਚ ਕੰਸਿਸਟੈਂਸੀ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਇੱਕ ਸਾਲ ਫੈਸਲਾ ਕੀਤਾ ਤੇ ਦੂਜੇ ਸਾਲ ਉਸ ਨੂੰ ਬਦਲ ਕੇ ਕੋਈ ਹੋਰ ਫੈਸਲਾ ਲੈ ਆਉਂਦਾ, ਜਿਹਦੇ ਨਾਲ ਲੋਕਾਂ ਦੇ ਵਿੱਚ ਕਨਫਿਊਜ਼ਨ ਹੋ ਜਾਂਦੀ ਹੈ ਕਿ ਇੱਥੇ 30 ਦੀ ਸਪੀਡ ਹੈ ਜਾਂ ਤੇ 40 ਦੀ ਸਪੀਡ ਹੈ ਜਾਂ ਤੇ 50 ਦੀ ਸਪੀਡ ਹੈਗੀ ਆ। ਇਹ ਹੈਗੀ ਆ। ਦੂਸਰਾ ਇਹ ਹੈ ਕਿ ਜਿਹੜੇ ਐਕਸੀਡੈਂਟ ਨੇ ਉਹਨਾਂ ਨੂੰ ਘਟਾਉਣ ਵਾਸਤੇ ਅਸੀਂ ਕਿਵੇਂ ਜਿਹੜੀ ਸਾਡੀ ਟ੍ਰੈਫਿਕ ਸੇਫਟੀ ਹੈ ਇਹਨੂੰ ਇੰਪਰੂਵ ਕਰ ਸਕਦੇ ਹਾਂ। ਇਹਦੇ ਬਾਰੇ ਲੋਕਾਂ ਨੂੰ ਇਨਵੋਲਵ ਕਰਨਾ ਆਪਣੇ ਨੇਬਰਹੁੱਡ ਦੇ ਵਿੱਚ, ਅਗਰ ਸਪੀਡਿੰਗ ਦੀ ਪ੍ਰੋਬਲਮ ਹੈਗੀ ਆ ਜਾਂ ਸਕੂਲਾਂ ਦੇ ਅੱਗੇ ਸਪੀਡਿੰਗ ਦੀ ਪ੍ਰੋਬਲਮ ਹੈਗੀ ਆ। ਜਿਹੜੀ ਤੁਸੀਂ ਵੱਡੀ ਗੱਲ ਕੀਤੀ ਹੈ ਟੈਕਸ ਆਪਾਂ ਪੇ ਕਰਦੇ ਹਾਂ, ਇਹਦੇ ਵਿੱਚ ਆਪਾਂ ਨੂੰ ਇਹ ਦੇਖਣ ਦੀ ਲੋੜ ਹੁੰਦੀ ਹੈ ਕਿ ਉਸ ਟੈਕਸ ਦੀ ਸਾਨੂੰ ਵੈਲਿਊ ਮਿਲ ਰਹੀ ਹੈ ਕਿ ਨਹੀਂ ਮਿਲ ਰਹੀ। ਟੈਕਸ
ਅਫੋਰਡੇਬਲ ਹੋਣਾ ਚਾਹੀਦਾ ਤੇ ਟੈਕਸ ਉਨਾ ਹੀ ਪੇ ਹੋਣਾ ਚਾਹੀਦਾ ਜਿੰਨੀ ਸਾਨੂੰ ਲੋੜ ਹੈਗੀ ਹੈ ਸਾਡੇ ਸ਼ਹਿਰ ਦੀ। ਹੁਣ ਆਪਾਂ ਦੇਖੀਏ ਕਿ ਆਪਾਂ ਨੂੰ ਜੋ ਟੈਕਸ ਪੇ ਕਰਦੇ ਉਹਨਾਂ ਸਾਨੂੰ ਮਿਲ ਜਾਂਦੀ ਹੈ। ਸਾਨੂੰ ਪੁਲਿਸ ਸਰਵਿਸ, ਫਾਇਰ ਫਾਇਰ ਦੀ ਸਰਵਿਸ, ਘਰ ਦੇ ਵਿੱਚ ਕੋਈ ਲੋੜ ਪੈਂਦੀ ਹੈ, ਕਿਸੇ ਕਾਰਨ ਕਰਕੇ ਸਾਡੇ ਘਰ ਦੇ ਵਿੱਚ ਅੱਗ ਲੱਗ ਜਾਂਦੀ ਹੈ, ਸਾਡੇ ਕੋਲ ਫ੍ਰੀ ਸਰਵਿਸ ਹੈਗੀ ਹੈ ਫਾਇਰ ਡਿਪਾਰਟਮੈਂਟ ਦੀ। ਸਾਡੇ ਕੋਲ ਲਾਇਬ੍ਰੇਰੀਜ਼ ਫ੍ਰੀ ਨੇ, ਸਾਡੇ ਕੋਲ ਪਬਲਿਕ ਟਰਾਂਜ਼ਿਟ ਹਾਫ ਰੇਟ 'ਤੇ ਸਾਨੂੰ ਮਿਲਦੀ ਹੈ, ਰੈਕਰੀਏਸ਼ਨ ਫੈਸਿਲਿਟੀਜ਼ ਸਾਨੂੰ ਮਿਲਦੀਆਂ ਨੇ, ਸਾਡੀਆਂ ਸਟਰੀਟਸ ਸਾਫ਼ ਹੁੰਦੀਆਂ ਨੇ, ਸਮੂਹ ਦੇ ਵਿੱਚ ਨਵਾਂ ਇਨਫਰਾਸਟਰਕਚਰ ਬਿਲਡ ਕੀਤਾ ਜਾਂਦਾ ਹੈ। ਇਹ ਸਾਰੀਆਂ ਚੀਜ਼ਾਂ ਜਿਹੜੇ ਟੈਕਸ ਪੇ ਕਰਦੇ ਹਾਂ ਉਹਦੇ ਨਾਲ ਬਣਦੀਆਂ ਨੇ। ਇਸ ਕਰਕੇ ਸਿਟੀ ਦਾ ਫਰਜ਼ ਹੁੰਦਾ ਕਿ ਲੋਕਾਂ ਨਾਲ ਕਮਿਊਨੀਕੇਟ ਕਰੇ, ਉਹਨਾਂ ਨੂੰ ਵਧੀਆ ਢੰਗ ਨਾਲ ਦੱਸੇ ਕੀ ਸਾਨੂੰ ਜਿਹੜੇ ਅਸੀਂ ਟੈਕਸ ਪੇ ਕਰਦੇ ਹਾਂ ਉਹਨਾਂ ਦੀ ਵੈਲਿਊ ਮਿਲਦੀ ਹੈ ਕਿ ਨਹੀਂ ਮਿਲਦੀ, ਅਤੇ ਉਹਦੇ ਵਿੱਚ ਅਕਾਊਂਟੇਬਿਲਿਟੀ ਹੋਣੀ ਚਾਹੀਦੀ ਹੈ, ਉਹਦੇ ਵਿੱਚ ਟਰਾਂਸਪੇਰੈਂਸੀ ਹੋਣੀ ਚਾਹੀਦੀ ਹੈ। ਅਤੇ ਅਗਰ ਉਹ ਅਕਾਊਂਟੇਬਿਲਿਟੀ ਜਾਂ ਟਰਾਂਸਪੇਰੈਂਸੀ ਨਹੀਂ ਤਾਂ ਲੋਕਾਂ ਨੂੰ ਫਿਰ ਇੰਝ ਲੱਗਣ ਲੱਗ ਜਾਂਦਾ ਕਿ ਸ਼ਾਇਦ ਸਾਨੂੰ ਜੋ ਅਸੀਂ ਟੈਕਸ ਪੇ ਕਰਦੇ ਹਾਂ ਉਹਦੀ ਵੈਲਿਊ ਨਹੀਂ ਮਿਲ ਰਹੀ। ਅਤੇ ਨਾਲ ਹੀ ਨਾਲ ਇਹ ਵੀ ਹੋਣਾ ਚਾਹੀਦਾ ਕਿ ਜੇ ਜੋ ਅਸੀਂ ਟੈਕਸ ਪੇ ਕਰਦੇ ਹਾਂ ਉਹਦੇ ਐਬਸਲੂਟਲੀ ਨੈਸੈਸਰੀ ਹੁੰਦਾ ਕਿ ਉਹਨੂੰ ਵੱਧ ਤੋਂ ਵੱਧ ਵਧੀਆ ਢੰਗ ਦੇ ਨਾਲ ਯੂਜ਼ ਕੀਤਾ ਜਾਵੇ। ਉਹਦੇ ਵਿੱਚ ਜਿਹੜਾ ਇਨਫਰਾਸਟਰਕਚਰ ਬਿਲਡ ਕਰਦੇ ਹਾਂ ਉਹਦੇ ਸਾਨੂੰ ਵਧੀਆ ਰੇਟ ਮਿਲਣ, ਜਿਹੜੀਆਂ ਕੰਪਨੀਆਂ ਨੇ ਕੰਮ ਕਰਦੀਆਂ ਨੇ ਉਹਦੇ ਵਿੱਚ ਅਕਾਊਂਟੇਬਿਲਿਟੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਤਾਂ ਕਿ ਜਿਹੜਾ ਕੰਮ ਹੈ ਟਾਈਮ 'ਤੇ ਮੁਕਾ ਸਕਣ। ਸੋ ਇਹ ਸਾਰੀਆਂ ਚੀਜ਼ਾਂ ਨੂੰ ਸੋਚਣ ਦੀ ਲੋੜ ਹੈ ਅਤੇ ਇਹਦੇ ਬਾਰੇ ਮੈਂ ਪਹਿਲਾਂ ਵੀ ਮੇਰਾ ਤਜਰਬਾ ਹੈ, ਫੈਡਰਲ ਗਵਰਨਮੈਂਟ ਦਾ ਵੀ ਤਜਰਬਾ ਹੈ, ਜਿਹਨੂੰ ਆਪਣੇ ਸ਼ਹਿਰ ਨੂੰ ਇਸ ਪ੍ਰੋਸੈਸ ਨੂੰ ਇੰਪਰੂਵ ਕਰਨ ਵਾਸਤੇ ਹੋਰ ਆਪਾਂ ਜ਼ੋਰ ਲਾਵਾਂਗੇ। ਵੈਸੇ ਮੈਨੂੰ ਪੁੱਛਣਾ ਤਾਂ ਸਭ ਤੋਂ ਪਹਿਲਾਂ ਚਾਹੀਦਾ ਸੀ ਸਵਾਲ ਇਹ, ਪਰ ਮੈਂ ਉਹ ਅਖੀਰ 'ਚ ਪੁੱਛ ਰਿਹਾ ਤੁਹਾਨੂੰ ਭਈ ਇਹ ਜਿਹੜੇ ਤੁਸੀਂ ਇਲੈਕਸ਼ਨ ਵਿੱਚ ਆਏ ਹੋ, ਤੁਹਾਨੂੰ ਕਿਹੜੀਆਂ ਗੱਲਾਂ ਨੇ ਜਿਹੜੀਆਂ ਦੂਸਰੇ ਕੈਂਡੀਡੇਟ ਨਾਲੋਂ ਤੁਹਾਨੂੰ ਇੱਕ ਵੱਖਰਾ ਕਰਦੀਆਂ ਨੇ ਜਾਂ ਤੁਸੀਂ ਵੱਖਰਾ ਕਰਨਾ ਚਾਹੁੰਦੇ ਆ ਸਿਟੀ ਲਈ? ਦੇਖੋ, ਮੈਂ ਸਮਝਦਾ ਕਿ ਸਭ ਤੋਂ ਵੱਡਾ ਜੋ ਆਪਣਾ ਵਖਰੇਵਾਂ ਹੈ ਦੂਜੇ ਕੈਂਡੀਡੇਟ ਨਾਲੋਂ ਇਹ ਹੈ ਕਿ ਇੱਕ ਸ਼ਹਿਰ ਪ੍ਰਤੀ ਕਮਿਟਮੈਂਟ। 40 ਸਾਲ ਤੋਂ ਮੈਂ ਇਸ ਐਡਮਿੰਟਨ ਸ਼ਹਿਰ ਦੇ ਵਿੱਚ ਰਹਿ ਰਿਹਾ ਅਤੇ ਇੱਥੇ ਇਕੱਲੇ ਪੋਲੀਟਿਕਸ ਦੇ ਵਿੱਚ ਹੀ ਨਹੀਂ, ਕਮਿਊਨਿਟੀ ਐਕਟੀਵਿਟੀਜ਼ ਦੇ ਵਿੱਚ ਸਾਡੇ ਸ਼ਹਿਰ ਨੂੰ ਵਧੀਆ ਬਣਾਉਣ ਵਾਸਤੇ ਵਾਲੰਟੀਅਰ ਐਕਟੀਵਿਟੀ ਦੇ ਵਿੱਚ ਸੇਫ ਹੋਵੇ ਸਾਡਾ ਸ਼ਹਿਰ। ਪੁਲਿਸ ਕਮਿਸ਼ਨ ਦੇ ਵਿੱਚ ਮੈਂ ਕੰਮ ਕੀਤਾ ਅਤੇ ਐਡਮਿੰਟਨ ਕ੍ਰਾਈਮ ਕਾਉਂਸਲ ਇਸਟੈਬਲਿਸ਼ ਕੀਤੀ। ਇੱਥੇ ਜਿਹੜਾ ਫੈਸਟੀਵਲ ਲੱਗਦਾ ਆਪਣੇ ਮਿਲਵੁੱਡ ਦੇ ਵਿੱਚ ਕੈਨੇਡਾ ਡੇ ਦੇ ਵਿੱਚ ਉਹਦੇ ਪਾਰਟੀਸਪੇਟ, ਮਲਟੀਕਲਚਰਲ ਕਮਿਊਨਿਟੀ ਦੇ ਵਿੱਚ ਕੰਮ ਕੀਤਾ। ਇੱਕ ਤਾਂ ਉਹ ਹੈ ਕਿ ਜਿਹੜੀ ਸਮਝ ਹੈ ਸ਼ਹਿਰ ਦੀ ਕਿ ਕਿਵੇਂ ਚੱਲਣਾ ਚਾਹੀਦਾ ਉਹ ਆਪਣੇ ਕੋਲ ਹੈ। ਦੂਸਰਾ ਆਪਣੇ ਕੋਲ ਤਜਰਬਾ ਹੈ, ਇਹ ਤਜਰਬਾ ਫੈਡਰਲ ਗਵਰਨਮੈਂਟ ਦੇ ਨਾਲ ਕੰਮ ਕਰਦਾ, ਪ੍ਰੋਵਿੰਸਿਸ ਦੇ ਨਾਲ ਕੰਮ ਕਰਦਾ, ਪੂਰੇ ਦੇਸ਼ ਦੀਆਂ ਮਿਊਨਿਸਪੈਲਿਟੀਜ਼ ਦੇ ਨਾਲ ਕੰਮ ਕਰਨ ਦਾ ਤਜਰਬਾ ਹੈ। ਅਤੇ ਅਲਬਰਟਾ ਅਰਬਨ ਮਿਊਨਿਸਪੈਲਿਟੀ ਐਸੋਸੀਏਸ਼ਨ ਦੇ ਵਿੱਚ ਮੈਂ ਵਾਈਸ ਪ੍ਰੈਜ਼ੀਡੈਂਟ ਰਹਿ ਚੁੱਕਿਆ। ਅਤੇ ਦੂਸਰਾ ਜਿਹੜਾ ਆਪਣਾ ਸਟਾਈਲ ਹੈ ਕੰਮ ਕਰਨ ਦਾ, ਮੈਂ ਸਮਝਦਾ ਕਿ ਇਸ ਵੇਲੇ ਐਡਮਿੰਟਨ ਨੂੰ ਲੋੜ ਹੈ ਕਿ ਇੱਕ ਇੱਦਾਂ ਦਾ ਲੀਡਰ ਹੋਵੇ ਜਿਹੜਾ ਬਾਕੀ ਸਾਰਿਆਂ ਨਾਲ ਮਿਲ ਕੇ ਕੰਮ ਕਰ ਸਕਦਾ ਹੋਵੇ, ਜਿਹੜਾ ਕੋਲਾਬੋਰੇਸ਼ਨ ਦੇ ਵਿੱਚ ਬਿਲੀਵ ਕਰਦਾ ਹੋਵੇ, ਜਿਹੜਾ ਬ੍ਰਿਜ ਬਿਲਡਰ ਹੋਵੇ ਪ੍ਰੋਵਿੰਸ ਦੇ ਵਿੱਚ, ਫੈਡਰਲ ਗਵਰਨਮੈਂਟ ਦੇ ਮਿਊਨਿਸਪੈਲਿਟੀ ਦੇ ਵਿੱਚ, ਕਮਿਊਨਿਟੀ ਦੇ ਵਿੱਚ। ਅਤੇ ਇਹ ਜਿਹੜੀਆਂ ਕਰੈਕਟਰਿਸਟਿਕਸ ਹੈਗੇ ਆਪਣੀ ਲੀਡਰਸ਼ਿਪ ਦੇ, ਮੈਂ ਸਮਝਦਾ ਕਿ ਇਹ ਆਪਾਂ ਨੂੰ ਇੱਕ ਐਜ ਦਿੰਦੇ ਆ ਤਾਂ ਕਿ ਅਸੀਂ ਲੋਕਾਂ ਦੇ ਨਾਲ ਵਧੀਆ ਢੰਗ ਦੇ ਨਾਲ ਇੱਕ ਪ੍ਰਤੀਨਿਧਤਾ ਕਰਨ ਵਾਸਤੇ ਇੱਕ ਪ੍ਰੋਗਰਾਮ ਲੋਕਾਂ ਦੇ ਸਾਹਮਣੇ ਪੇਸ਼ ਕਰ ਸਕੀਏ। ਬਹੁਤ ਬਹੁਤ ਧੰਨਵਾਦ ਅਮਰਜੀਤ ਜੀ। ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਗੱਲਬਾਤ ਕਰਾਂਗੇ ਕਿਉਂਕਿ ਬਹੁਤ ਸਾਰੇ ਟੌਪਿਕ ਨੇ ਹਜੇ ਕਰਨ ਵਾਲੇ। ਫਿਰ ਤੁਹਾਡੇ ਨਾਲ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਗੱਲਬਾਤ ਆਉਣ ਵਾਲੇ ਮਹੀਨਿਆਂ 'ਚ ਕਰਾਂਗੇ ਕਿਉਂਕਿ ਅਕਤੂਬਰ ਤੱਕ ਚੱਲਣਾ ਇਹ ਕੰਮ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਥੈਂਕ ਯੂ ਵੀਰ। ਅਖੀਰ ਦੇ ਵਿੱਚ ਅਗਰ ਤੁਸੀਂ ਮੈਨੂੰ ਮੌਕਾ ਦਿਓ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ। ਜ਼ਰੂਰ। ਕਿ ਇਲੈਕਸ਼ਨ ਦੇ ਵਿੱਚ ਜਦੋਂ ਵੀ ਅਸੀਂ ਫੈਸਲਾ ਕਰਨਾ ਹੁੰਦਾ ਅਸੀਂ ਤੱਥਾਂ ਦੇ ਆਧਾਰ 'ਤੇ ਫੈਸਲਾ ਕਰੀਏ। ਅਸੀਂ ਜੋ ਕੈਂਡੀਡੇਟਸ ਦੇ ਵਿਊਜ਼ ਨੇ ਉਹਨਾਂ ਨੂੰ ਸੁਣੀਏ। ਅਗਰ ਕੈਂਡੀਡੇਟਸ ਬਾਰੇ ਅਸੀਂ ਜਾਣਨਾ ਚਾਹੁੰਦੇ ਕੈਂਡੀਡੇਟਸ ਤੋਂ ਫੋਨ ਕਰੀਏ, ਉਹਨੂੰ ਇਨਫੋਰਮੇਸ਼ਨ ਲਈਏ। ਸਾਨੂੰ ਇਸ ਗੱਲ ਤੋਂ ਜ਼ਰੂਰ ਸੁਚੇਤ ਰਹਿਣਾ ਚਾਹੀਦਾ ਕਿ ਅਸੀਂ ਕਿਸੇ ਦੇ ਭਰਮ ਭੁਲੇਖਿਆਂ ਵਿੱਚ ਨਾ ਪਈਏ। ਅਸੀਂ ਜੋ ਜਾਣਨਾ ਚਾਹੁੰਦੇ ਆਪ ਜਾਣੀਏ, ਆਪਣੀ ਸੋਚ ਦੇ ਅਨੁਸਾਰ, ਆਪਣੀ ਜਿਹੜੀ ਆ ਇਨਫੋਰਮੇਸ਼ਨ ਅਤੇ ਫੈਕਟ ਦੇ ਅਨੁਸਾਰ ਸਾਨੂੰ ਫੈਸਲਾ ਕਰਨਾ ਚਾਹੀਦਾ ਕਿਸੇ ਵੀ ਕੈਂਡੀਡੇਟ ਬਾਰੇ। ਅਤੇ ਮੈਂ ਅਗਰ ਕਿਸੇ ਨੇ ਵੀ ਕੋਈ ਮੇਰੇ ਤੋਂ ਇਨਫੋਰਮੇਸ਼ਨ ਲੈਣੀ ਹੈ ਤਾਂ ਮੈਨੂੰ ਤੁਸੀਂ ਫੋਨ ਕਰ ਸਕਦੇ ਹੋ, ਮੈਨੂੰ ਈਮੇਲ ਕਰ ਸਕਦੇ ਹੋ, ਅਤੇ ਹਮੇਸ਼ਾ ਤੁਹਾਡੇ ਨਾਲ ਆਪਣਾ ਲਿੰਕ ਬਣਾ ਕੇ ਰੱਖਾਂਗਾ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।